जी सिख आपके अनक प्रकारे शब्द कीर्तन कथा उचारे। सतगुरु जी ਨੂੰ ਬੇਨਤੀ ਕੀਤੀ, ਦਾਤਾਰ ਜੀਓ ਆਪ ਜੀ ਦੇ ਬੜੇ ਸਿੱਖ ਇਸ ਧਰਤੀ ਦੇ ਉੱਤੇ ਹੋਏ ਨੇ ਜਿਹੜੇ ਕਥਾ ਵਿਚਾਰਾਂ ਵੀ ਕਰਦੇ ਨੇ ਤੇ ਸ਼ਬਦ ਗੁਰਬਾਣੀ ਦਾ ਕੀਰਤਨ ਵੀ ਕਰ ਲੈਂਦੇ ਹਨ ਜੀ। ਇੱਕ ਤੇ ਸੁਣਤ ਸੁਮਨ ਪ੍ਰਭ ਜਾਵੈ, ਇੱਕ ਕੋ ਕਹਿਓ ਸਮੀਪ ਨ ਜਾਵੈ। ਪਰ ਸੱਚੇ ਸਤਿਗੁਰੂ ਜੀ ਅਸਾਂ ਵੇਖਿਆ ਹੈ ਕਿ ਕਈ ਬਾਣੀ ਪੜ੍ਹਦੇ ਪੜ੍ਹਦੇ ਬਾਣੀ ਦਾ ਰੂਪ ਹੀ ਹੋ ਜਾਂਦੇ, ਪਰਮੇਸ਼ਰ ਨੂੰ ਧਿਆਉਂਦੇ ਧਿਆਉਂਦੇ ਪਰਮਾਤਮਾ ਦਾ ਰੂਪ ਬਣ ਜਾਂਦੇ ਨੇ। ਪਰ ਕੁਝ ਐਸੇ ਹੁੰਦੇ ਨੇ ਜੋ ਬਾਣੀ ਤੇ ਪੜ੍ਹਦੇ ਨੇ ਪਰ ਉਹਨਾਂ ਦੇ ਉੱਤੇ ਅਸਰ ਕੋਈ ਨਹੀਂ ਹੁੰਦਾ। ਸਤਿਗੁਰੂ ਜੀ ਇੱਕ ਤੇ ਸੁਣਤ ਸੋ ਮਨ ਦ੍ਰਿੜ ਜਾਵੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੀ ਹੈ, ਸਤਿਗੁਰਾਂ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਤੇ ਮੇਰੇ ਮਾਲਕ ਦੀ ਬਾਣੀ ਕਹਿੰਦੀ ਏ ਕਿ ਭਾਈ ਅਸੀਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ। ਤੇ ਸਤਿਗੁਰੂ ਜੀ ਨੂੰ ਆਖਣ ਲੱਗੇ ਕਿ ਉਹਨਾਂ ਦੇ ਮੁਖ ਦੇ ਵਿੱਚੋਂ ਬਾਣੀ ਸੁਣ ਕੇ ਸਾਡਾ ਵੀ ਹਿਰਦਾ ਦਰਵ ਜਾਂਦਾ ਹੈ। ਭਾਵ ਕੀ ਹੈ ਕਿ ਕੋਮਲ ਹੋ ਜਾਂਦਾ ਹੈ, ਹਿਰਦੇ ਦੇ ਅੰਦਰ ਦਇਆ ਪੈਦਾ ਹੋ ਜਾਂਦੀ ਹੈ। ਪਰ ਪਾਤਸ਼ਾਹ ਜੀ ਇੱਕ ਐਸੇ ਵੀ ਨੇ ਕਿ ਜਿਹੜੇ ਬਾਣੀ ਪੜ੍ਹਦੇ ਨੇ ਪਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦੇਖਣ ਨੂੰ ਮਿਲਦਾ ਜੀ। ਸ਼੍ਰੀ ਮੁਖ ਤੇ ਸ਼ੋਭ ਜੁਗਤ ਬਖਾਨੀ, ਹੀਰਾ ਫਟਕ ਦੋਏ ਦਸਮਾਨੀ। ਸਤਿਗੁਰੂ ਜੀ ਨੇ ਬੜੇ ਪਿਆਰੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਸਮਝਾਇਆ। ਮੇਰੇ ਹਜ਼ੂਰ ਨੇ ਆਖਿਆ, ਕਹਿਣ ਲੱਗੇ ਕਿ ਭੋਲਿਓ, ਜਿਹੜਾ ਹੀਰਾ ਤੇ ਕੱਚ ਹੈ ਦੋਨੇ ਇੱਕੋ ਜਿਹੇ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਆਮ ਬੰਦਾ ਭੇਦ ਨਹੀਂ ਪਾ ਸਕਦਾ। ਪਰ ਜਿਹੜਾ ਜੋਹਰੀ ਹੈ, ਜਿਹੜਾ ਉਸ ਨੂੰ ਤਰਾਸ਼ਦਾ ਹੈ, ਵੇਖਦਾ ਹੈ, ਸਾਹਿਬ ਜੀ ਆਖਦੇ ਨੇ ਉਹ ਪਲਾਂ ਦੇ ਵਿੱਚ ਦੱਸ ਦਿੰਦਾ ਏ ਕਿ ਅਸਲ ਕੀ ਹੈ, ਨਕਲ ਕੀ। ਮਾਲਕ ਦੀ ਬਾਣੀ ਨੇ ਆਖਿਆ, ਕਹਿਣ ਲੱਗੇ ਸ਼੍ਰੀ ਮੁਖ ਤੇ ਸ਼ੁਭ ਜੁਗਤ ਜੁਗਤ ਬਖਾਨੀ, ਹੀਰਾ ਫਟਕ ਦੋਏ ਏਕ ਸਮਾਨੀ। ਭਾਵ ਕੱਚ ਤੇ ਹੀਰਾ ਦੋਨੇ ਇੱਕ ਬਰਾਬਰ ਵੇਖਣ ਨੂੰ ਲੱਗਦੇ ਹਨ ਜੀ। ਹੀਰਾ ਨਿਜ ਪ੍ਰਕਾਸ਼ ਦਿਖਰਾਵੈ, ਸਰਬ ਰੰਗ ਕੇ ਉਪਰ ਛਾਵੈ। ਪਰ ਹਜ਼ੂਰ ਨੇ ਆਖਿਆ, ਕਹਿਣ ਲੱਗੇ ਭੋਲਿਓ, ਜਿਹੜਾ ਹੀਰਾ ਹੈ ਨਾ, ਹੀਰਾ ਉਹ ਕਿਸੇ ਦਾ ਪ੍ਰਕਾਸ਼ ਨਹੀਂ ਅਡੋਪਟ ਕਰਦਾ, ਉਹਦਾ ਆਪਣੇ ਪ੍ਰਕਾਸ਼ ਹੁੰਦਾ ਹੈ। ਐਸੇ ਬੜੇ ਕੀਮਤੀ ਰਤਨ ਨੇ, ਹੀਰੇ ਨੇ, ਜਿਹੜੇ ਤੁਸੀਂ ਵੇਖੇ ਹੋਣਗੇ ਕਿ ਪ੍ਰਕਾਸ਼ ਨਾਮੀ ਹੋਵੇ ਤੇ ਚਮਕ ਪੈਂਦੇ ਨੇ, ਬੜੇ ਚਮਕਦੇ ਨੇ। ਪਰ ਕੁਝ ਥਾਵਾਂ ਦੇ ਉੱਤੇ ਐਸਾ ਵੇਖਿਆ ਗਿਆ ਹੈ ਕਿ ਜਿਹੜਾ ਕੱਚ ਹੈ ਨਾ, ਉਸ ਕੱਚ ਦੇ ਉੱਤੇ ਰੋਸ਼ਨੀ ਪਵੇਗੀ ਤੇ ਚਮਕੇਗਾ, ਵਰਨਾ ਨਹੀਂ। ਕਹਿਣ ਤੋਂ ਮੁਰਾਦ ਸਤਿਗੁਰੂ ਜੀ ਆਖਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਕਮਾਇਆ, ਜਿਨ੍ਹਾਂ ਨੇ ਰੱਬੀ ਭੋਰ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ, ਉਹਨਾਂ ਦੇ ਭਾਣੇ ਉਹ ਜਿੱਥੇ ਮਰਜ਼ੀ ਚਲੇ ਜਾਣ, ਜਹਾਂ ਜਾਈਏ ਤਹਾਂ ਸੁਖੇਲੇ। ਭਾਵ ਹੀਰੇ ਨੂੰ ਕਾਹਦਾ ਡਰ ਹੈ, ਉਹਦੀ ਕੀਮਤ ਤੇ ਖਰੀ ਹੈ, ਜਿੱਥੇ ਮਰਜ਼ੀ ਚਲਾ ਜਾਵੇ ਉਹਨੂੰ ਕਿਸੇ ਵੀ ਚੀਜ਼ ਦੀ, ਜਿਹਨੂੰ ਕਹੀਏ ਚਿੰਤਾ ਤੇ ਫਿਕਰ ਨਹੀਂ ਰਹਿ ਜਾਂਦੀ। ਇੱਕ ਬਹੁਤ ਸੌਖੀ ਉਦਾਹਰਨ ਹੈ ਇਸ ਗੱਲ ਨੂੰ ਸਮਝਣ ਦੇ ਲਈ। ਜਿਹੜਾ ਖਰਾ ਹੈ ਉਸ ਨੂੰ ਕੋਈ ਮੁਸ਼ਕਲਾਤ ਨਹੀਂ ਹੈ, ਮੁਸ਼ਕਲਾਤ ਤੇ ਖੋਟੇ ਦੀ ਬਣਦੀ ਹੈ ਨਾ। ਤੁਹਾਡੀ ਜੇਬ ਦੇ ਅੰਦਰ ਮਾਨੋ ਭੁਲੇਖੇ ਦੇ ਨਾਲ ਕਿਸੇ ਨੇ ਮਾਇਆ ਦਿੱਤੀ ਹੈ, ਉਸ ਮਾਇਆ ਦੇ ਵਿੱਚੋਂ ਇੱਕ ਨੋਟ ਐਸਾ ਆ ਗਿਆ ਹੈ ਕਿ ਜਿਹੜਾ ਨੋਟ ਅਸੀਂ ਕਹਿ ਦਈਏ ਕਿ ਓਰੀਜਨਲ ਨਹੀਂ, ਡੁਪਲੀਕੇਟ ਹੈ। ਤੇ ਹੁਣ ਬੰਦਾ ਜੇਬ ਦੇ ਵਿੱਚ ਪਾ ਕੇ ਰੱਖਦਾ ਹੈ ਤੇ ਦੇਖੋ ਜਿਹੜੇ ਅਸਲੀ ਨੇ, ਪਹਿਲਾਂ ਬੰਦਾ ਉਹਨੂੰ ਨਹੀਂ ਚਲਾਉਂਦਾ, ਅਸਲੀ ਸਾਂਭ ਕੇ ਰੱਖਦਾ ਹੈ, ਉਹਨੂੰ ਪਤਾ ਹੈ ਅਸਲੀ ਤੇ ਜਦੋਂ ਮਰਜ਼ੀ ਚਲਾ ਲਈਏ ਕੋਈ ਪਰੇਸ਼ਾਨੀ ਨਹੀਂ। ਪਰੇਸ਼ਾਨੀ ਆਉਣੀ ਹੈ ਨਕਲੀ ਚਲਾਉਣ ਲੱਗਿਆ। ਇਸ ਕਰਕੇ ਉਹ ਬੜਾ ਸੁਚੇਤ ਹੋ ਕੇ ਕੋਸ਼ਿਸ਼ ਕਰਦਾ ਹੈ ਕਿ ਨਕਲੀ ਪਹਿਲਾਂ ਕੱਢ ਦਈਏ। ਸਤਿਗੁਰੂ ਦੀ ਬਾਣੀ ਕਹਿੰਦੀ ਏ, ਸਾਨੂੰ ਸਮਝਾਉਣ ਮਾਤਰ ਇਹ ਉਦਾਹਰਨਾਂ ਮੈਂ ਤੁਹਾਨੂੰ ਦਿੱਤੀਆਂ ਨੇ ਕਿ ਜਿਵੇਂ ਹੀਰਾ ਤੇ ਜਿਹੜਾ ਪੱਥਰ ਕਹਿ ਦਈਏ, ਸ਼ੀਸ਼ਾ ਕਹਿ ਦਈਏ, ਗੁਰਮੁਖ ਤੇ ਮਨਮੁਖ ਕਹਿ ਦਈਏ,
ਜਿਹੜਾ ਗੁਰਮੁਖ ਹੈ ਉਹ ਬੰਦਗੀ ਕਰਕੇ ਉਹਦੇ ਅੰਦਰ ਦੀ ਰੂਹਾਨੀਅਤ ਅੰਦਰੋਂ ਪ੍ਰਗਟ ਹੁੰਦੀ ਹੈ। ਜਿਵੇਂ ਤੁਸੀਂ ਵੇਖਿਆ ਹੋਵੇਗਾ ਪਰਬਤਾਂ ਦੇ ਉੱਤੇ ਚਸ਼ਮੇ ਆਪਣੇ ਆਪ ਫੁੱਟਦੇ ਨੇ, ਪਰ ਸਾਨੂੰ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਟੈਂਕੀਆਂ ਦੇ ਅੰਦਰ ਭਰਨਾ ਪੈਂਦਾ ਹੈ। ਜਿਹੜੀ ਚੀਜ਼ ਭਰਨ ਵਾਲੀ ਹੈ ਨਾ ਉਹ ਖਾਲੀ ਜ਼ਰੂਰ ਹੋਵੇਗੀ, ਪਰ ਚਸ਼ਮੇ ਕਦੀ ਖਾਲੀ ਨਹੀਂ ਹੁੰਦੇ, ਉਹ ਨਿਰੰਤਰ ਵਗਦੇ ਹੀ ਤੁਰੇ ਜਾਂਦੇ ਨੇ, ਵਗਦੇ ਹੀ ਤੁਰੇ ਜਾਂਦੇ ਨੇ। ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਉਹ ਕਦੀ ਵੀ ਰੁਕਦੇ ਨਹੀਂ, ਥੱਕਦੇ ਨਹੀਂ। ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਇਹੀ ਗੱਲ ਸਾਡੇ ਜ਼ਿਹਨ ਦੇ ਵਿੱਚ ਪਾਉਣਾ ਚਾਹੁੰਦੇ ਨੇ ਕਿ ਇਹ ਗੁਰਮੁਖ ਪਿਆਰਿਓ, ਜੇ ਜੀਵਨ ਗੁਰਮੁਖਾਂ ਵਾਲਾ ਹੈ ਤੇ ਕਦੀ ਜੀਵਨ ਦੇ ਅੰਦਰ ਦੁੱਖ ਤਕਲੀਫ ਕੁਝ ਵੀ ਆਵੇ ਤੇ ਤੁਸੀਂ ਉਸ ਚੀਜ਼ ਨੂੰ ਕਦੇ ਵੀ, ਜਿਹਨੂੰ ਕਹੀਏ ਕਿ ਦੁੱਖਾਂ ਦੇ ਵਿੱਚ ਨਹੀਂ ਮਾਣੋਗੇ। ਤੁਸੀਂ ਨਿਰੰਤਰ ਪਰਮਾਤਮਾ ਵਾਹਿਗੁਰੂ ਜੀ ਦੇ ਵੱਲ ਪੈਂਡਾ ਵਧਾਉਂਦੇ ਤੁਰੇ ਜਾਓਗੇ। ਪਰ ਜਿੱਥੇ ਪਰਮਾਤਮਾ ਦੀ ਬੰਦਗੀ ਨਹੀਂ, ਪਰਮਾਤਮਾ ਦੀ ਭਗਤੀ ਨਹੀਂ, ਫਿਰ ਕੀ ਹੁੰਦਾ ਹੈ ਕਿ ਸਾਡੇ ਵਰਗਿਆਂ ਨੂੰ ਕੁਝ ਸਟੱਡੀ ਕਰਨੀ ਪੈਂਦੀ ਹੈ, ਪੜ੍ਹਨਾ ਪੈਂਦਾ ਹੈ, ਫਿਰ ਸੁਣਾਉਣਾ ਪੈਂਦਾ ਹੈ। ਪਰ ਜਿਹੜੇ ਮਹਾਂਪੁਰਖ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ, ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਨਹੀਂ ਸੀ ਗਏ, ਸਗੋਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਂਦੇ ਨੂੰ ਤੇ ਸਤਿਗੁਰਾਂ ਜੀ ਨੇ ਮੌਲਵੀ ਨੂੰ ਪੜ੍ਹਨੇ ਪਾ ਦਿੱਤਾ ਸੀ, ਤੇ ਦੋਨਾਂ ਨੇ ਹੱਥ ਖੜੇ ਕਰਕੇ ਇਹੀ ਗੱਲ ਆਖੀ ਸੀ ਕਿ ਮਹਿਤਾ ਕਾਲੂ ਜੀ, ਜਿਹੜਾ ਤੁਹਾਡੇ ਪੁੱਤਰ ਤੋਂ ਜ਼ਿਆਦਾ ਵਿਦਵਾਨ ਹੋਵੇ ਉਹੀ ਤੁਹਾਡੇ ਪੁੱਤਰ ਨੂੰ ਪੜ੍ਹਾ ਸਕਦਾ ਹੈ, ਸਾਡੇ ਵੱਸ ਦੀ ਗੱਲ ਨਹੀਂ। ਜਦੋਂ ਐਸੀ ਗੱਲ ਆਖੀ ਤੇ ਉਹਨਾਂ ਦੇ ਪਿਤਾ ਜੀ ਨੇ ਸੋਚਿਆ ਕਿ ਸ਼ਾਇਦ ਨਾਨਕ ਸ਼ਰਾਰਤੀ ਹੈ, ਇਹਨੇ ਸ਼ਰਾਰਤ ਕੀਤੀ ਹੋਵੇਗੀ, ਤੇ ਇਸ ਕਰਕੇ ਜਿਹੜੇ ਇਹਨਾਂ ਦੇ ਟੀਚਰ ਸਾਹਿਬਾਨ ਨੇ, ਇਹਨਾਂ ਦੇ ਤਾਲੀਮ ਦੇਣ ਵਾਲੇ ਉਸਤਾਦ ਨੇ, ਇਹਨਾਂ ਨੇ ਇਸ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਪਰ ਇਹ ਨਹੀਂ ਸੀ ਜਾਣਦੇ ਕਿ ਗੁਰੂ ਨਾਨਕ ਸੱਚਮੁੱਚ ਜਗਤ ਨੂੰ ਪੜ੍ਹਾਉਣ ਆਏ ਨੇ, ਸਿੱਧਾ ਮਾਰਗ ਦੱਸਣ ਆਏ ਨੇ। ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਰਹਿਮਤ ਕਰਨ, ਜਿਹੜੇ ਬੰਦਗੀ ਕਰਨ ਵਾਲੇ ਨੇ, ਬਾਬਾ ਕਬੀਰ ਸਾਹਿਬ, ਭਗਤ ਨਾਮਦੇਵ ਜੀ, ਇਹਨਾਂ ਨੇ ਕਿੱਥੇ ਬਹਿ ਕੇ ਬ੍ਰਹਮ ਦੀ ਗਿਆਨ ਦੀ ਜਿਹੜੀ ਵਿੱਦਿਆ ਹੈ, ਤਾਲੀਮ ਹੈ, ਹਾਸਲ ਕੀਤੀ? ਕਿਤੇ ਵੀ ਨਹੀਂ ਹੈ। ਕੋਈ ਐਸਾ ਸਬੂਤ ਮਿਲਦਾ ਕਿ ਭਗਤ ਕਬੀਰ ਜੀ ਪੜ੍ਹਨ ਦੇ ਲਈ ਫਲਾਣੇ ਉਸਤਾਦ ਜਾਂ ਮੌਲਵੀ ਦੇ ਕੋਲ ਗਏ ਸਨ? ਨਹੀਂ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਪਣੀ ਭਾਸ਼ਾ ਦੇ ਵਿੱਚ ਗੋਡ ਗਿਫਟ, ਕਿ ਪਰਮਾਤਮਾ ਦੀ ਦਿੱਤੀ ਕੋਈ ਸੌਗਾਤ ਹੈ। ਤੇ ਦੇਖੋ ਉਹਨਾਂ ਦੇ ਕੋਲ ਇਹ ਪਰਮਾਤਮਾ ਦੀ ਦਿੱਤੀ ਕੋਈ ਸੌਗਾਤ ਹੈ, ਜਿਹਨੂੰ ਗੁਰਬਾਣੀ ਵੀ ਇਹ ਗੱਲ ਮੰਨਦੀ ਹੈ ਕਿ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਹੁਣ ਦੇਖੋ ਇਹ ਬਚਨ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਨੇ ਕਿ ਬਾਬਾ ਕਬੀਰ ਸਾਹਿਬ ਜੀ ਦੇ ਨਾਲ ਕਿੰਨੇ ਮਲਾਉਣੇ ਸਨ, ਕਿੰਨੇ ਪੰਡਤ ਸਨ, ਪਰ ਕਿਸੇ ਮਲਾਣੇ ਕਿਸੇ ਪੰਡਤ ਦਾ ਜ਼ਿਕਰ ਨਹੀਂ ਆਇਆ। ਭਗਤ ਕਬੀਰ ਜੀ ਨੇ ਵਾਹਿਗੁਰੂ ਜੀ ਦੀ ਭਗਤੀ, ਪਰਮਾਤਮਾ ਦੀ ਭਗਤੀ ਕਹਿ ਦਈਏ, ਇਤਨੇ ਪ੍ਰਸੰਨ ਹੋ ਕੇ ਕੀਤੀ ਹੈ। ਸਾਹਿਬ ਜੀ ਨੇ ਕਹਿ ਦਿੱਤਾ ਕਿ ਮਨ ਨਹੀਂ ਡਿਗੇ ਤਨ ਕਾਹੇ ਕੋ ਡੁਲਾਏ, ਚਰਨ ਕਬਲ ਚਿਤ ਰਹਿਓ ਸਮਾਏ। ਹੁਣ ਐਡੀ ਵੱਡੀ ਗੱਲ ਕਰ ਦੇਣੀ ਕਿ ਮਨ ਨਹੀਂ ਡੋਲਦਾ, ਸਰੀਰ ਜਿੰਨੇ ਮਰਜ਼ੀ ਤੁਸੀਂ ਕਸ਼ਟ ਦੇ ਦਿਓ, ਉਸ ਬੰਦੇ ਦੀ ਅੰਦਰ ਦੀ ਅਵਸਥਾ, ਇਹ ਕੋਈ ਮਨੁੱਖਾਂ ਦੇ ਵੱਸ ਦੀ ਗੱਲ ਨਹੀਂ। ਜੇ ਮਨੁੱਖਾਂ ਦੇ ਵੱਸ ਦੀ ਗੱਲ ਹੁੰਦੀ ਤੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਚਿੰਤਾ ਤੋਂ ਰਹਿਤ ਹੋ ਜਾਵਾਂ, ਹਰ ਬੰਦਾ ਚਾਹੁੰਦਾ ਹੈ ਕਿ ਮੈਂ ਬੇਪਰਵਾਹ ਹੋ ਜਾਵਾਂ, ਪਰ ਤੁਸੀਂ ਬੇਪਰਵਾਹ ਹੋ ਹੀ ਨਹੀਂ ਸਕਦੇ, ਕਿਉਂਕਿ ਇਹ ਵੀ ਇੱਕ ਮਾਲਕ ਦਾ, ਵਾਹਿਗੁਰੂ ਦਾ ਹੁਕਮ ਹੈ। ਸਾਨੂੰ ਤੇ ਥੋੜੀ ਜੀ ਚਿੰਤਾ ਵਿਆਪ ਜਾਵੇ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਬੰਦਾ ਇੱਧਰ ਉੱਧਰ ਕਰਵਟ ਬਦਲਦਾ ਹੈ, ਪਾਸੇ ਲੈਂਦਾ ਹੈ ਤੇ 100 ਵਾਰ ਰੱਬ ਨੂੰ ਕੋਸਦਾ ਹੈ ਕਿ ਹੇ ਪਰਮਾਤਮਾ ਸਾਡੇ ਨਾਲ ਕੀ ਬਣ ਗਿਆ, ਅਸੀਂ ਕਿਸੇ ਦਾ ਕੀ ਮਾੜਾ ਕਰ ਦਿੱਤਾ ਸੀ ਜੋ ਐਸੇ ਦੁੱਖ ਸਾਨੂੰ ਵੇਖਣ ਨੂੰ ਮਿਲੇ। ਪਰ ਧੰਨ ਨੇ ਉਹ ਕਬੀਰ ਸਾਹਿਬ ਕਿ ਕਬੀਰ ਸਾਹਿਬ ਨੂੰ ਕੁਝ ਗੁੰਡੇ ਚੁੱਕ ਕੇ ਗੰਗਾ ਦੇ ਵਿੱਚ ਸੁੱਟਣ ਦੇ ਲਈ ਜਾਂਦੇ ਨੇ, ਤੇ ਬਾਬਾ ਕਬੀਰ ਸਾਹਿਬ ਜੀ ਬੇਚਿੰਤ ਨੇ, ਕੋਈ ਚਿੰਤਾ ਨਹੀਂ। ਉਹਨਾਂ ਨੂੰ ਪਤਾ ਹੈ ਕਿ ਹੋਏਗਾ ਖਸਮ ਤਾਂ ਲਏਗਾ ਰਾਖ, ਜਿਹਦੀ ਭਗਤੀ ਕਰਦਾ ਜ਼ਿੰਮੇਵਾਰੀ ਉਹਦੀ ਬਣਦੀ ਹੈ, ਮੇਰੀ ਜ਼ਿੰਮੇਵਾਰੀ ਥੋੜ੍ਹੀ। ਤੇ ਜਿੰਨੇ ਉਹਨੇ ਸਵਾਸ ਦਿੱਤੇ ਨੇ ਉਨੇ ਹੀ ਭੁਗਤਨੇ ਨੇ, ਕੋਈ ਮਨ ਅੰਦਰ ਚਿੰਤਾ ਨਹੀਂ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਆਖਿਆ ਕਿ ਮਨ ਨਹੀਂ ਡਿਗਿਆ ਤਨ ਕਾਹੇ ਕੋ ਡੁਲਾਏ। ਇਹ ਦੁਨੀਆ ਦੇ ਲੋਕੋ, ਜੇ ਮਨ ਹੀ ਨਹੀਂ ਡੋਲਦਾ ਤਨ ਨੂੰ ਤੁਸੀਂ ਇਹ ਦੇ ਕੇ ਕਰੋਗੇ ਕੀ?
ਭਾਵ ਕਹਿਣ ਤੋਂ ਇਹ ਉਹ ਅਗੰਮੀ ਦਾਤ ਹੈ, ਇਹ ਉਸ ਨੂੰ ਪ੍ਰਾਪਤ ਹੁੰਦੀ ਏ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਏ, ਜਿਹਨੇ ਧੁਰੇ ਪਾਇਆ ਫਰਮਾਨ, ਭਾਵ ਜਿਹਦੇ ਧੁਰ ਦਰਗਾਹ ਤੋਂ ਇਹ ਫਰਮਾਨ, ਇਹ ਹੁਕਮ ਹਾਸਲ ਕੀਤਾ ਗਿਆ। ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਕੁਝ ਬਾਣੀ ਪੜ੍ਹਦੇ ਨੇ ਤੇ ਕੁਝ ਕਈਆਂ ਦੀ ਬਾਣੀ ਮੁਖ ਦੇ ਵਿੱਚੋਂ ਆਖੀ ਕੋਈ ਇਤਨਾ ਪ੍ਰਭਾਵ ਪਾਉਂਦੀ ਹੈ ਤੇ ਕਈ ਸਾਰੀ ਜ਼ਿੰਦਗੀ ਬਾਣੀ ਪੜ੍ਹਦੇ ਰਹਿੰਦੇ ਨੇ ਪਰ ਬੇਅਸਰ ਨੇ। ਹਜ਼ੂਰ ਨੇ ਆਖਿਆ ਇੱਕ ਪਾਸੇ ਹੀਰਾ ਤੇ ਇੱਕ ਪਾਸੇ ਕੱਚ। ਕੱਚ ਦੀ ਆਪਣੀ ਅਹਿਮੀਅਤ ਹੈ, ਉਹ ਅਹਿਮੀਅਤ ਕੀ ਹੈ ਕਿ ਉਹਦੀ ਆਪਣੀ ਕੋਈ ਰੋਸ਼ਨੀ ਨਹੀਂ, ਪਰ ਜਿਹੜੇ ਕੀਮਤੀ ਹੀਰੇ ਹੁੰਦੇ ਨੇ ਉਹਨਾਂ ਦਾ ਵਜੂਦ ਬਹੁਤ ਉੱਚਾ ਹੁੰਦਾ ਹੈ, ਉਹਨਾਂ ਦੀ ਕੀਮਤ ਬਹੁਤ ਉੱਚੀ ਹੁੰਦੀ ਹੈ ਤੇ ਜੇ ਹਨੇਰਾ ਵੀ ਹੋਵੇ ਤੇ ਤਾਂ ਵੀ ਉਹ ਚਮਕਦੇ ਨੇ। ਕਹਿਣ ਤੋਂ ਭਾਵ ਕੀ ਸੀ, ਸਤਿਗੁਰੂ ਜੀ ਕਹਿਣਾ ਚਾਹੁੰਦੇ ਨੇ ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਨੇ, ਭਾਵੇਂ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਆ ਜਾਣ, ਜਿੰਨੇ ਮਰਜ਼ੀ ਕਸ਼ਟ ਆ ਜਾਣ, ਉਹ ਕਦੀ ਵੀ ਜੀਵਨ ਦੇ ਅੰਦਰ ਡੋਲਦੇ ਨਹੀਂ। ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਉਹ ਅੰਦਰੋਂ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਹਨ ਜੀ। ਅਟਕ ਪ੍ਰਕਾਸ਼ ਪਰ ਨ ਕਾਹੂ, ਅੰਤਰ ਇਤੋ ਦੋਣ ਕੇ ਮਾਹੂ। ਸਾਹਿਬ ਜੀ ਆਖਦੇ ਨੇ ਇਹੀ ਤੇ ਅੰਤਰ ਹੈ ਕਿ ਜਿਹੜਾ ਕੱਚ ਦਾ ਪ੍ਰਕਾਸ਼ ਹੈ ਉਹ ਆਪਣਾ ਨਹੀਂ, ਹੀਰੇ ਦਾ ਪ੍ਰਕਾਸ਼ ਆਪਣਾ ਹੈ। ਇਹੀ ਅੰਤਰ ਜਿਹੜਾ ਹੈ ਉਹਨਾਂ ਨੂੰ ਇੱਕ ਦੂਜੇ ਨਾਲੋਂ ਵੱਖਰਾ ਕਰਦਾ ਹੈ ਜੀ। ਪ੍ਰੇਮ ਗੁਰਮੁਖ ਕੀ ਕਰੋ ਪਛਾਣ, ਜਿਸ ਸੰਗਤ ਮੈਂ ਕਰੈ ਬਖਾਣ। ਸਾਹਿਬ ਜੀ ਕਹਿ ਰਹੇ ਨੇ ਕਿ ਭੋਲਿਓ ਇਦਾਂ ਗੁਰਮੁਖ ਦੀ ਪਹਿਚਾਣ ਕਰੋ ਜਿਵੇਂ ਇੱਕ ਜੌਹਰੀ ਹੀਰੇ ਦੀ ਸ਼ਨਾਖਤ ਕਰਦਾ ਹੈ ਜੀ। ਇਨ ਕੋ ਤੇਜ ਸਭਨ ਪਰਛਾਵੈ, ਕਿਉਂਕਿ ਸਦਾ ਸੋ ਸਾਚ ਕਮਾਵੈ। ਬੰਦਗੀ ਕਰਨ ਵਾਲੇ ਕੋਈ ਬਚਨ ਆਖਣ ਤੇ ਬੰਦਾ ਮੋੜ ਨਹੀਂ ਸਕਦਾ, ਉਹਦਾ ਕਾਰਨ ਹੀ ਇੱਕ ਹੈ, ਉਹਨਾਂ ਨੇ ਸਾਰੀ ਜ਼ਿੰਦਗੀ ਨੂੰ ਸੱਚ ਨੂੰ ਕਮਾਇਆ, ਉਹਨਾਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਸਾਹਿਬ ਦੀ ਬਾਣੀ ਤੇ ਇੱਥੋਂ ਤੱਕ ਕਹਿ ਦਿੰਦੀ ਏ ਕਿ ਉਹਨਾਂ ਨੇ ਕਦੀ ਵੀ ਥੋੜੀ ਜਿਹੀ ਚੀਜ਼ ਦੇ ਪਿੱਛੇ ਮਨ ਨੂੰ ਬੇਈਮਾਨ ਨਹੀਂ ਕੀਤਾ। ਉਹਨਾਂ ਦਾ ਮਨ ਦੁਨਿਆਵੀ ਪਦਾਰਥਾਂ ਦੇ ਪਿੱਛੇ ਕਦੀ ਮੈਲਾ ਨਹੀਂ ਹੁੰਦਾ, ਉਹ ਹਮੇਸ਼ਾ ਪਰਮਾਤਮਾ ਨੂੰ ਸਦਾ ਅੰਗ ਸੰਗੇ ਆਪੰਗੰ ਵਿਭੂਤੇ, ਉਹ ਇਸ ਪੰਜ ਭੂਤਕ ਦੇਹੀ ਦੇ ਅੰਦਰ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ ਜੀ। ਜੇ ਨਰ ਹੋਰੇ ਹਰ ਕੁਰਿਆਰੇ, ਸੋ ਕੁਸੰਗ ਮੈਂ ਬਣੇ ਉਦਾਰੇ। ਇਹ ਤੇ ਸਤਿਗੁਰਾਂ ਜੀ ਨੇ ਗੁਰਮੁਖ ਦੀ ਗੱਲ ਕੀਤੀ ਸੀ ਨਾ ਕਿ ਗੁਰਮੁਖ ਕਿੱਡੇ ਉੱਚੇ ਜੀਵਨ ਵਾਲਾ ਹੁੰਦਾ ਕਿ ਉਹਦਾ ਕਿਰਦਾਰ ਕਿਤਨਾ ਉੱਚਾ ਹੈ। ਤੇ ਹੁਣ ਸੱਚੇ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਕੁੜਿਆਰੇ ਨੇ, ਝੂਠੇ ਨੇ, ਝੂਠ ਦੀਆਂ ਪੰਡਾਂ ਨੇ, ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਦੁਨੀਆ ਨੂੰ ਠੱਗਿਆ ਏ, ਭਰਮਾਂ ਦੇ ਵਿੱਚ ਪਾਇਆ। ਤੇ ਸੱਚੇ ਸਤਿਗੁਰੂ ਜੀ ਆਖਦੇ ਨੇ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿਟਵੀਆਂ। ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਨੇ। ਤੇ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਬਾਹਰੋਂ ਤੇ ਚੰਗਾ ਬਣਨ ਦੀ ਯਤਨ ਕਰਦੇ ਨੇ ਜਾਂ ਕੋਸ਼ਿਸ਼ ਕਰਦੇ ਨੇ, ਪਰ ਹਜ਼ੂਰ ਆਖਦੇ ਨੇ ਮਨ ਉਹਨਾਂ ਦਾ ਮੈਲਾ ਹੁੰਦਾ। ਤੇ ਦਾਤਾਰ ਦੀ ਬਾਣੀ ਤੇ ਉਹਨਾਂ ਦੇ ਬਾਬਤ ਇੱਥੋਂ ਤੱਕ ਕਹਿ ਦਿੰਦੀ ਹੈ ਕਿ ਭਾਈ ਜੇ ਮਨ ਮੈਲਾ ਹੈ ਤੇ ਉਸ ਮਨ ਮੈਲੇ ਦੇ ਨਾਲ ਜਿੰਨੇ ਮਰਜ਼ੀ ਤੁਸੀਂ ਕਰਮ ਕਮਾਓ, ਸਾਰੇ ਦੇ ਸਾਰੇ ਹੀ ਮੈਲੇ ਰਹਿਣਗੇ। ਸਤਿਗੁਰੂ ਦੀ ਬਾਣੀ ਕਹਿੰਦੀ ਏ ਕਿ ਜਦੋਂ ਮਨ ਪਵਿੱਤਰ ਨਹੀਂ ਹੁੰਦਾ ਤੇ ਉਸ ਮਨ ਦੇ ਨਾਲ ਕੀਤੇ ਹੋਏ ਕਰਮ ਵੀ ਪਵਿੱਤਰ ਨਹੀਂ ਹੋ ਸਕਦੇ। ਪਾਤਸ਼ਾਹ ਜੀ ਆਖਦੇ ਨੇ ਇਹ ਉਹਨਾਂ ਮਨਮੁਖਾਂ ਦੀ ਪਹਿਚਾਣ ਹੈ ਜੀ। ਸੋਪਨਾਰ ਪਰਦੇ ਛਾਏ ਨਾ ਤੇਜ, ਸਤ ਸੰਗਤ ਕੋ ਜਿਨੋ ਮਜੇਜ। ਜਿਨ੍ਹਾਂ ਨੇ ਗੁਰੂ ਦਾ ਸੰਗ ਤਿਆਗ ਦਿੱਤਾ, ਸਤ ਸੰਗਤ ਨੂੰ ਤਿਆਗ ਦਿੱਤਾ, ਉਹ ਕਸੰਗੀਆਂ ਦੇ ਵਿੱਚ ਬੈਠ ਕੇ ਬਹੁਤ ਵੱਡੇ ਬਣ ਜਾਂਦੇ ਨੇ। ਮੇਰੇ ਸਾਹਿਬ ਸੱਚੇ ਸਤਿਗੁਰੂ ਜੀ ਆਖਦੇ ਨੇ ਕਿ ਨਾਨਕ ਗੁਰੂ ਨਾ ਚੇਤੇ ਹੀ ਮਨ ਆਪਣੇ ਸੁਚੇਤ, ਛੁੱਟੇ ਤਿਲ ਗਵਾੜ ਜਿਉ ਸੁਈਏ ਅੰਦਰ ਕੀਰ, ਖੇਤੈ ਅੰਦਰ ਛੁੱਟੀਏ ਕੋਹ ਨਾਨਕ ਸੋ ਨਾ, ਫਲੀਏ ਫੁਲੀਏ ਬਪੜੇ ਭੀ ਤਨ ਵਿੱਚ ਸੁਵਾ।
ਕਿ ਐਸੇ ਮਨੁੱਖ ਫਲਦੇ ਵੀ ਬਹੁਤ ਨੇ, ਉੱਚੇ ਵੀ ਬਹੁਤ ਜਾਂਦੇ ਨੇ, ਪਰ ਸਤਿਗੁਰੂ ਜੀ ਆਖਦੇ ਨੇ ਕਿ ਉਹਨਾਂ ਦੇ ਅੰਦਰ ਸਵਾਈ ਹੁੰਦੀ ਹੈ, ਭਾਵ ਅੰਦਰ ਉਹਨਾਂ ਦੇ ਰੱਬੀ ਜਾਂ ਦੈਵਿਕ ਗੁਣ ਨਹੀਂ ਹੁੰਦੇ। ਇਹੀ ਉਹਨਾਂ ਮਨੁੱਖਾਂ ਦੀ ਪਹਿਚਾਣ ਹੈ। ਸਤ ਸੰਗਤ ਨਹੀਂ ਕਰਦੇ, ਚੰਗੇ ਮਨੁੱਖਾਂ ਦੇ ਕਹੇ ਹੋਏ ਬਚਨ ਉਹਨਾਂ ਨੂੰ ਭਾਉਂਦੇ ਨਹੀਂ। ਸਤਿਗੁਰੂ ਜੀ ਆਖਦੇ ਨੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਉਥੇ ਐਸੀ ਭਾਵਨਾ ਬਣ ਜਾਂਦੀ ਹੈ। ਜੇਕਰ ਕੋਈ ਉਹਨਾਂ ਨੂੰ ਮਤ ਜਾਂ ਸੁਮਤ ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਵੀ ਉਹਨਾਂ ਨੂੰ ਪ੍ਰਵਾਨ ਨਹੀਂ ਹੁੰਦੀ ਜੀ। ਜਿਸ ਕੇ ਹਿਰਦੈ ਸ਼ਬਦ ਗੁਰ ਕੇਰਾ, ਭਇਓ ਪ੍ਰਵੇਸ਼ ਮਹਾ ਸੁਖ ਹੀਰਾ। ਜਿਸ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਨਿਵਾਸ ਹੋ ਗਿਆ, ਉਹਦਾ ਸਾਰਾ ਜਨਮ ਹੀ ਸੁਹੇਲਾ ਹੋ ਜਾਂਦਾ ਹੈ, ਸਫਲ ਹੁੰਦਾ ਹੈ ਜੀ। ਸੋਰਸ ਨਾਤੇ ਜਪੈ ਬਖਾਨੈ, ਸਰੋਤਾ ਸੁਨਤ ਸ਼ਾਂਤ ਕੋ ਠਾਨੈ। ਜਦੋਂ ਐਸੇ ਬੰਦਗੀ ਕਰਨ ਵਾਲੇ ਆਪਣੀ ਰਸਨਾ ਦੇ ਵਿੱਚੋਂ ਮੁਬਾਰਕ ਬਚਨ ਜਿਹੜੇ ਨੇ ਮਨੁੱਖਾਂ ਦੀ ਝੋਲੀ ਦੇ ਵਿੱਚ ਪਾਉਂਦੇ ਨੇ, ਉਹਨਾਂ ਦੇ ਕਲਿਆਣ ਦੇ ਲਈ ਉਹਨਾਂ ਦੇ ਬਚਨਾਂ ਦੀ ਕਮਾਈ ਇਤਨੀ ਹੈ ਕਿ ਜਦੋਂ ਬਚਨ ਹੀ ਝੋਲੀ ਦੇ ਵਿੱਚ ਪਾਉਂਦੇ ਨੇ, ਸੁਣਦਿਆਂ ਸਾਰ ਮਨ ਜਿਹੜਾ ਹੈ ਉਹ ਠਰ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ਜੀ। ਕ੍ਰਿਸ਼ਨਾ ਤਪਤ ਤਜੈ ਸੁਖ ਪਾਵੈ, ਸਤ ਸੰਗਤ ਸਿਮਰਨ ਮਨ ਭਾਵੈ। ਉਹਨਾਂ ਨੇ ਆਪਣੀ ਮਨ ਦੀ ਤ੍ਰਿਸ਼ਨਾ ਨੂੰ ਤਿਆਗ ਦਿੱਤਾ ਹੈ ਤੇ ਮਨ ਦੀ ਤ੍ਰਿਸ਼ਨਾ ਤਿਆਗਣ ਤੋਂ ਬਾਅਦ ਦਾਤੇ ਦੇ ਅੰਮ੍ਰਿਤ ਨਾਮ ਦੇ ਵਿੱਚੋਂ ਸੁਖ ਮਾਣਿਆ। ਉਹ ਅੰਮ੍ਰਿਤ ਨਾਮ ਵਸਦਾ ਕਿੱਥੇ ਹੈ, ਕਿਵੇਂ ਪ੍ਰਾਪਤ ਹੁੰਦਾ ਹੈ? ਕਵੀ ਰਾਜ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਸਤ ਸੰਗਤ ਦੇ ਵਿੱਚ ਬੈਠ ਕੇ ਆਪਣੀ ਹਉਮੈ ਦਾ ਤਿਆਗ ਕਰਕੇ ਜਦੋਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਐਸੇ ਮਹਾਨ ਪੁਰਖ ਸੁਰਤ ਜੋੜਦੇ ਨੇ ਤੇ ਉਹਨਾਂ ਦੀ ਆਤਮਾ ਦੇ ਵਿੱਚੋਂ ਇੱਕ ਅਗੰਮੀ ਇਲਾਕੀ ਰਸ ਜਿਹੜਾ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੀ। ਲਗੇ ਜੋ ਨਾਮ ਦੇ ਬੋਧੇ ਉਤੰਗ, ਚਾਹੇ ਕਰਿਓ ਤਾਹੇ ਸ਼ੁਭ ਸੰਗ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖ ਪਿਆਰਿਓ, ਐਸੇ ਮਹਾਨ ਪੁਰਖਾਂ ਦੀ ਕਰਨੀ ਹੋਰ ਸੁਣੋ ਕਿ ਐਸੇ ਮਹਾਨ ਪੁਰਖਾਂ ਨੂੰ ਜਦੋਂ ਕੋਈ ਆ ਕੇ ਬਚਨ ਆਖੇ, ਉਹ ਇਹ ਨਹੀਂ ਆਖਦੇ ਕਿ ਅਸੀਂ ਬਹੁਤ ਵੱਡੇ ਹਾਂ, ਅਸੀਂ ਜੀਵਨ ਦੇ ਵਿੱਚ ਬਹੁਤ ਕੁਝ ਖੱਟ ਲਿਆ ਹੈ, ਸਾਨੂੰ ਰੱਬ ਮਿਲ ਗਿਆ, ਹੁਣ ਤੁਹਾਡੀ ਲੋੜ ਨਹੀਂ। ਨਹੀਂ, ਉਹ ਅਹੰਕਾਰ ਵਾਲੇ ਬਚਨ ਕਦੀ ਨਹੀਂ ਬੋਲਦੇ। ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਰੱਬ ਦਾ ਪਿਆਰਾ, ਜਿਵੇਂ ਸਾਹਿਬ ਦੀ ਬਾਣੀ ਦੇ ਬਚਨ ਨੇ, ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਇੱਕ ਬਹੁਤ ਪਿਆਰੀ ਘਟਨਾ ਚੇਤੇ ਆਈ। ਆਪ ਜੀ ਦੇ ਸਨਮੁਖ ਰੱਖਾਂ ਕਿ ਗੁਰੂ ਰਾਮਦਾਸ ਜੀ ਨੂੰ ਇੱਕ ਮਹੰਤ ਸਾਧੂ ਮਿਲਣ ਆਇਆ। ਜਦੋਂ ਸਤਿਗੁਰੂ ਜੀ ਦੇ ਘਰ ਅੰਦਰ ਆਇਆ, ਅੰਮ੍ਰਿਤਸਰ ਦੀ ਉਹ ਪਾਵਨ ਨਗਰੀ, ਤੇ ਸਤਿਗੁਰੂ ਜੀ ਨੂੰ ਜਦੋਂ ਮਿਲਣ ਦੇ ਲਈ ਆਇਆ, ਸਿੱਖਾਂ ਨੇ ਬੇਨਤੀ ਕੀਤੀ ਹੈ ਸਤਿਗੁਰੂ ਜੀ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ। ਸਾਧੂ ਬੜਾ ਹੈਰਾਨ ਹੋਇਆ ਕਿ ਐਡੇ ਵੱਡੀ ਰੁਤਬੇ ਦੇ ਮਾਲਕ ਤੇ ਹੁਣ ਤੇ ਗੁਰਤਾ ਗੱਦੀ ਦੇ ਮਾਲਕ ਬਣ ਗਏ ਨੇ, ਦੋ ਜਹਾਨਾਂ ਦੀਆਂ ਤਾਕਤਾਂ ਇਹਨਾਂ ਦੇ ਕੋਲ ਨੇ, ਹੁਣ ਭਗਤੀ ਕਰਨ ਦੀ ਕੀ ਲੋੜ ਹੈ? ਹੁੰਦਾ ਹੀ ਹੈ ਨਾ ਕਿ ਜਿਵੇਂ ਬੰਦਾ ਆਖੇ ਕਿ ਕਿਸੇ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਉੱਚੀ ਉਪਲਬਧੀ ਹਾਸਲ ਕੀਤੀ ਹੈ, ਇਤਨਾ ਧਨ ਖੱਟਿਆ, ਇਤਨਾ ਧਨ ਖੱਟਿਆ, ਤੇ ਫਿਰ ਤੁਹਾਨੂੰ ਪਤਾ ਚੱਲੇ ਬੰਦਾ ਫਿਰ ਧਨ ਹੀ ਕਮਾਈ ਜਾਂਦਾ, ਧਨ ਦੇ ਪਿੱਛੇ ਦੌੜੀ ਜਾਂਦਾ, ਤੇ ਤੁਸੀਂ ਹੈਰਾਨ ਹੋਵੋਗੇ ਹੁਣ ਤੇ ਬੰਦਿਆ ਬਸ ਕਰ, ਹੁਣ ਕੀ ਲੋੜ ਹੈ? ਹੁਣ ਤੇ ਜੋ ਧਨ ਕਮਾਇਆ ਹੈ ਉਹ ਸੁੱਖ ਮਾਨਣ ਦਾ ਵੇਲਾ ਹੈ। ਉਸ ਸਾਧੂ ਨੇ ਵੀ ਹੈਰਾਨ ਹੋ ਕੇ ਆਖਿਆ, ਕਹਿਣ ਲੱਗੇ ਗੁਰੂ ਬਣ ਗਏ ਨੇ, ਗੁਰੂ ਬਣ ਗਏ ਨੇ, ਇਹਦਾ ਮਤਲਬ ਕਿ ਦੋ ਜਹਾਨਾਂ ਦੇ ਉੱਤੇ ਇਹਨਾਂ ਦਾ ਹੁਕਮ ਚੱਲਦਾ ਹੈ ਤੇ ਅਜੇ ਵੀ ਬੰਦਗੀ ਕਰਦੇ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਆਏ ਨੇ, ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਝੁਕੇ ਨੇ, ਸਾਹਿਬ ਜੀ ਵੀ ਝੁਕੇ। ਸਤਿਗੁਰੂ ਜੀ ਨੇ ਬੜੇ ਆਦਰ ਸਮੇਤ ਬੈਠਣ ਦੇ ਲਈ ਆਖਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗੇ ਕਿ ਹੇ ਦੀਨ ਦੁਨੀਆ ਦੇ ਮਾਲਕ, ਮੇਰੇ ਮਨ ਅੰਦਰ ਇੱਕ ਸ਼ੰਕਾ ਹੈ, ਕਿਰਪਾ ਦੇ ਘਰ ਅੰਦਰ ਆ ਕੇ ਉਸ ਸ਼ੰਕੇ ਨੂੰ ਨਿਵਰਤ ਕਰੋ। ਸਤਿਗੁਰੂ ਜੀ ਨੇ ਆਖਿਆ, ਗੁਰਮੁਖ ਪਿਆਰਿਓ, ਰਸਨਾ ਦੇ ਵਿੱਚ ਉਚਾਰਨ ਕਰੋ,
ਜੇ ਯੋਗ ਹੋਇਆ ਤੇ ਜ਼ਰੂਰ ਸ਼ੰਕੇ ਨੂੰ ਦੂਰ ਕਰਾਂਗੇ। ਕਹਿਣ ਲੱਗੇ ਕਿ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਗਏ ਹੋ, ਇਤਨਾ ਵੱਡਾ ਰੁਤਬਾ ਤੁਹਾਡਾ ਇਸ ਸੰਸਾਰ ਦੇ ਵਿੱਚ ਬਣ ਗਿਆ ਹੈ, ਤੇ ਅਜੇ ਵੀ ਭਗਤੀ ਦੀ ਤੁਹਾਨੂੰ ਕੀ ਲੋੜ ਹੈ। ਤੇ ਦੇਖੋ ਸਾਹਿਬ ਦੀ ਬਾਣੀ ਸਤਿਗੁਰ ਦੇ ਰਸਨਾ ਨੇ ਕੀ ਜਵਾਬ ਦਿੱਤਾ। ਕਹਿਣ ਲੱਗੇ ਕਿ ਭਲਿਆ ਪੁਰਖਾ, ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਕੋਈ ਮਨੁੱਖ ਪਹਾੜ ਦੇ ਬਿਲਕੁਲ ਚਰਨਾਂ ਦੇ ਵਿੱਚ ਖਲੋਤਾ ਹੈ ਤੇ ਕਈ ਲੈ ਕੇ ਉਸ ਪਹਾੜ ਨੂੰ ਪੁੱਟਦਾ ਏ, ਤੇ ਉਸ ਪਹਾੜ ਦੇ ਵਿੱਚੋਂ ਜਿੱਥੇ ਉਹ ਪੁੱਟਦਾ ਪਿਆ ਹੈ ਉਹਨੂੰ ਸੋਨੇ ਦੀ ਪ੍ਰਾਪਤੀ ਹੋ ਗਈ ਹੈ, ਤੇ ਦੱਸ ਮੈਨੂੰ ਕਿ ਕੀ ਉਹ ਬੰਦਾ ਸੋਨਾ ਹੋਰ ਅਗਾਂਹ ਨਾ ਲੱਭੇ, ਪੁੱਟਣਾ ਬੰਦ ਕਰ ਦੇਵੇ? ਕਦੀ ਨਹੀਂ। ਉਹ ਸਾਰੀਆਂ ਥਾਵਾਂ ਨੂੰ ਪੁੱਟ ਕੇ ਉਸ ਚੀਜ਼ ਨੂੰ ਪ੍ਰਾਪਤ ਕਰਦਾ ਹੈ ਜਿਹੜੀ ਬਹੁਤ ਦੁਰਲਭ ਹੈ ਤੇ ਬੜੀ ਕੀਮਤੀ ਹੈ। ਤੇ ਸਤਿਗੁਰੂ ਜੀ ਨੇ ਆਖਿਆ ਕਿ ਬਸ ਸਾਡੇ ਲਈ ਪਰਮਾਤਮਾ ਦਾ ਨਾਮ ਇਸੇ ਤਰ੍ਹਾਂ ਹੈ ਕਿ ਜਿਵੇਂ ਦੁਨੀਆ ਦੀ ਨਿਗਾਹ ਦੇ ਵਿੱਚ ਸੋਨਾ ਬਹੁਤ ਕੀਮਤੀ ਹੈ, ਬੜੀ ਕੀਮਤ ਰੱਖਣ ਵਾਲਾ ਹੈ, ਸਾਡੀ ਨਿਗਾਹ ਦੇ ਅੰਦਰ ਪਰਮੇਸ਼ਵਰ ਦਾ ਨਾਮ ਬਹੁਤ ਰਸ ਦੇਣ ਵਾਲਾ, ਤੇ ਅਸੀਂ ਪਰਮਾਤਮਾ ਦੇ ਨਾਮ ਰਸ ਨੂੰ ਕਦੀ ਤਿਆਗ ਨਹੀਂ ਸਕਦੇ। ਐਸਾ ਜਵਾਬ ਸੁਣ ਕੇ ਉਸ ਸਾਧੂ ਨੇ, ਮਹੰਤ ਨੇ, ਮੇਰੇ ਸੱਚੇ ਸਤਿਗੁਰੂ ਜੀ ਦੇ ਚਰਨ ਜਿਹੜੇ ਨੇ ਉਸ ਚਰਨਾਂ ਦੇ ਉੱਤੇ ਸੀਸ ਰੱਖਿਆ ਤੇ ਆਖਿਆ ਕਿ ਸੱਚਮੁੱਚ ਗੁਰੂ ਰਾਮਦਾਸ ਤੁਹਾਡੇ ਅੰਦਰ ਨਿਮਰਤਾ ਬੜੀ, ਤੁਹਾਡੇ ਅੰਦਰ ਹਲੇਮੀ ਬੜੀ ਹੈ, ਸਹਿਜ ਬੜਾ ਹੈ। ਇਸੇ ਸਹਿਜ ਇਸੇ ਹਲੇਮੀ ਦੇ ਸਦਕਾ ਤੁਸੀਂ ਪਰਮਾਤਮਾ ਦੇ ਪਿਆਰੇ ਹੋ। ਤੇ ਦਾਤਾਰ ਗੁਰਦੇਵ ਮਹਾਰਾਜ ਜੀ ਆਖਦੇ ਨੇ ਕਿ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਮੇਰਾ ਪਿਆਰਾ ਵਸ ਜਾਂਦਾ ਹੈ ਉਹਨਾਂ ਦੇ ਸਾਰੇ ਕਸ਼ਟ ਮੁੱਕ ਜਾਂਦੇ ਹਨ ਜੀ। ਗੁਰ ਬਾਖਨ ਕੋ ਹਿਰਦੈ ਵਸਾਵੈ, ਜੇ ਅਸ ਨਰ ਕੋ ਸੰਗ ਕਬ ਪਾਵੈ। ਦੇਖੋ ਇੱਕ ਪਹਿਲਾਂ ਸਤਿਗੁਰੂ ਜੀ ਨੇ ਆਖਿਆ ਸੀ ਜਿਹੜਾ ਮਨਮੁਖ ਹੈ ਨਾ, ਉਹ ਜਦੋਂ ਕਿਸੇ ਭੈੜੀ ਸੰਗਤ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਦਾ ਸਰਦਾਰ ਹੀ ਬਣ ਜਾਂਦਾ ਹੈ। ਭਾਵ ਹਟਣਾ ਤੇ ਕੀ ਹੈ, ਆਪ ਉਸ ਮਾੜੀ ਸੰਗਤ ਦੇ ਵਿੱਚ ਇਤਨਾ ਖੁੱਭ ਜਾਂਦਾ ਹੈ, ਡੁੱਬ ਜਾਂਦਾ ਹੈ, ਤੇ ਹੁਣ ਉਸ ਮਾੜੀ ਸੰਗਤ ਦਾ ਮਾਨੋ ਉਹ ਪ੍ਰਧਾਨ ਬਣ ਕੇ ਬੈਠ ਗਿਆ। ਪਰ ਦੂਜੇ ਪਾਸੇ ਗੁਰਮੁਖ ਪਿਆਰਾ ਜਦੋਂ ਕਿਸੇ ਕੁਸੰਗੀ ਦਾ ਵੀ ਸੰਗ ਕਰ ਲਵੇ ਨਾ, ਤੇ ਉਸ ਕੁਸੰਗੀ ਨੂੰ ਵੀ ਐਸਾ ਉਪਦੇਸ਼ ਦਿੰਦਾ ਕਿ ਕੁਸੰਗੀ ਵੀ ਉਹਦੇ ਬਚਨਾਂ ਨੂੰ ਮੰਨ ਕੇ ਉਹਦੇ ਅੱਗੇ ਸਿਜਦਾ ਕਰਦਾ। ਇਹ ਗੱਲ ਬਿਲਕੁਲ ਹਕੀਕਤ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਜਣ ਠੱਗ ਨੂੰ ਨਹੀਂ ਤਾਰਿਆ, ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੇ ਭਾਈ ਕੋਡਾ ਜੀ ਨੇ ਉਹਨਾਂ ਨੂੰ ਨਹੀਂ ਤਾਰਿਆ, ਭਾਈ ਲਾਲੋ ਮਲਕ ਭਾਗੋ ਹੋਰ ਬਹੁਤ ਬੇਅੰਤ ਨਾਮ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਾਰਿਆ, ਤੇ ਜਿਨ੍ਹਾਂ ਦੀ ਤਰਨ ਦੀ ਜਿਹਨੂੰ ਕਹੀਏ ਕੋਈ ਆਸ ਹੀ ਨਹੀਂ ਸੀ। ਪਰ ਸਤਿਗੁਰੂ ਜੀ ਐਸੇ ਪਰਮਾਤਮਾ ਦੇ ਪਿਆਰੇ ਨੇ, ਕੁਸੰਗੀਆਂ ਦੇ ਵਿੱਚ ਵੀ ਜਾਂਦੇ ਨੇ ਤੇ ਕੁਸੰਗੀਆਂ ਨੂੰ ਵੀ ਤਾਰ ਦਿੰਦੇ ਨੇ। ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹ ਆਪ ਵੀ ਮੁਕਤ ਹੈ, ਹੋਰਨਾਂ ਨੂੰ ਮੁਕਤ ਕਰ ਦਿੰਦਾ ਹੈ ਜੀ। ਨਹਿ ਬਿਗਰੈ ਨਿਸ਼ਚਾ ਦ੍ਰਿੜ ਰਹੇ, ਜਤਾ ਅਚਾਨਕ ਤਲ ਤੇ ਆਏ। ਸਾਨੂੰ ਡਰ ਹੁੰਦਾ ਹੈ ਕਿ ਤੇ ਕੁਸੰਗੀ ਦੀ ਸੰਗਤ ਦੇ ਵਿੱਚ ਨਾ ਪੈ ਜਾਈਏ, ਕਿਉਂਕਿ ਕੁਸੰਗੀ ਦੀ ਸੰਗਤ ਜਿਹੜੀ ਹੈ ਤੁਹਾਡੇ ਜੀਵਨ ਨੂੰ ਗਰਕ ਕਰ ਦੇਵੇਗੀ। ਕਿੱਦਾਂ ਗਰਕ ਕਰਦੀ ਹੈ, ਇਹ ਇੱਕ ਉਦਾਹਰਨ ਦੇ ਨਾਲ ਇਸ ਗੱਲ ਨੂੰ ਸਮਝਣ ਦੀ ਕਿਰਪਾਲਤਾ ਕਰਨੀ। ਜਿਵੇਂ ਪਾਣੀ ਨੂੰ ਵਾਹਿਗੁਰੂ ਜੀ ਜਿਵੇਂ ਕਾਗਜ਼ ਨੂੰ ਪਾਣੀ ਦੇ ਵਿੱਚ ਪਾ ਦਈਏ ਤੇ ਕੀ ਉਹਦੇ ਬਚਣ ਦੀ ਉਮੀਦ ਹੈ? ਜਿਹੜੇ ਉਹਨੇ 4 ਦਿਨ ਕੱਢਣੇ ਨੇ ਉਹਨੇ ਪਹਿਲਾਂ ਹੀ ਤਬਾਹ ਹੋ ਜਾਣਾ। ਬਸ ਸਮਝ ਲਓ ਕੁਸੰਗੀ ਇੱਦਾਂ ਹੈ ਜਿਵੇਂ ਕਾਗਜ਼ ਦੀ ਪਾਣੀ ਦੀ ਸੰਗਤ ਹੋਵੇ, ਉਹ ਕਦੀ ਵੀ ਨਿਸ਼ਚਿਤ ਅਟਲ ਨਹੀਂ ਰਹਿ ਸਕਦਾ। ਮਾਲਕ ਦੀ ਬਾਣੀ ਕਹਿੰਦੀ ਏ ਪਰ ਜਿਹੜੇ ਗੁਰਮੁਖ ਪਿਆਰੇ ਨੇ ਉਹ ਇਸ ਗੱਲ ਤੋਂ ਰਤਾ ਵੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਯਕੀਨ ਹੁੰਦਾ ਕਿ ਪਰਮਾਤਮਾ ਦੇ ਉੱਤੇ ਉਹ ਕਿਸੇ ਦੇ ਬਦਲੇ ਬਦਲਦੇ ਨਹੀਂ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਸਮਰੱਥ ਗੁਰ ਸਿਰ ਹੱਥ ਧਰਿਓ। ਉਹਨਾਂ ਦੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ, ਤੇ ਜਿਹਦੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ ਉਹਦਾ ਜੀਵਨ ਕਦੀ ਜਿਹੜਾ ਹੈ ਵਿਸ਼ਿਆਂ ਵਕਾਰਾਂ ਵੱਲ ਨਹੀਂ ਪਲਟਦਾ ਜੀ। ਜਿਮ ਚੰਦਨ ਬਾਵਨ ਤਰ ਸੀਤਲ, ਚੌਂ ਦਿਸ਼ ਮੈਂ ਲਪਟੈ ਈਤਲ। ਜਿਵੇਂ
ਜਿਵੇਂ ਬਾਵਨ ਚੰਦਨ ਹੁੰਦਾ ਹੈ ਨਾ, ਬਾਵਨ ਦੇ ਅਰਥ ਨੇ ਕਿ ਬਾਉਣਾ। ਚੰਦਨ ਬਹੁਤ ਉੱਚਾ ਨਹੀਂ ਹੁੰਦਾ, ਬੜਾ ਨੀਵਾਂ ਜਿਹਾ ਹੁੰਦਾ ਏ। ਤੇ ਸਿਆਣੇ ਕਹਿੰਦੇ ਨੇ ਇਹਦੀ ਹਾਈਟ, ਇਹਦਾ ਜਿਹੜਾ ਕੱਦ ਏ ਕੇਵਲ 4-4.5 ਫੁੱਟ ਜਿਤਨਾ ਹੀ ਹੈ, ਪਰ ਗੁਣ ਬੜੇ ਨੇ ਇਹਦੇ 'ਚ, ਮਹਿਕ ਬੜੀ ਹੈ, ਸੁਗੰਧੀ ਬੜੀ ਹੈ। ਸਤਿਗੁਰੂ ਜੀ ਕਹਿ ਰਹੇ ਨੇ ਕਿ ਜਿਮ ਚੰਦਨ ਬਾਵਨ ਤਰ ਸ਼ੀਤਲ। ਤਰ ਆਖਦੇ ਨੇ ਰੁੱਖ ਨੂੰ ਕਿ ਜਿਵੇਂ ਚੰਦਨ ਦਾ ਰੁੱਖ ਬਹੁਤ ਸ਼ੀਤਲ ਹੁੰਦਾ ਕਿ ਚੌਂ ਦਿਸ਼ ਮੈਂ ਆਏ ਲਪਟੇ ਹੀ ਤਲ। ਚਾਰੇ ਦਿਸ਼ਾਵਾਂ ਦੇ ਉੱਤੇ ਇਹ ਜਿਹੜੇ ਸੱਪ ਨੇ ਉਸ ਸ਼ੀਤਲਤਾ ਦੇ ਨਾਲ, ਭਾਵ ਚੰਦਨ ਦੇ ਨਾਲ ਆ ਕੇ ਲਪਟ ਜਾਂਦੇ। ਕੰਜੀ ਤੌਣਾ ਸੀਤ ਤਜ ਵੇਖ ਕੋ ਲੇਤ ਸਰਪਨ ਕੋ ਸੀਤਲ ਕਰ ਦੇਤ। ਹੁਣ ਉਹਨਾਂ ਦਾ ਸੁਭਾਗ ਹੈ ਚੰਦਨ ਦਾ ਕਿ ਜੇ ਸੱਪ ਚਾਰ ਚਪਾਸੇ ਦੇ ਉੱਤੇ ਆ ਕੇ ਉਹਨੂੰ ਡੰਗ ਵੀ ਮਾਰਨ, ਪਰ ਚੰਦਨ ਦਾ ਸੰਬੰਧ ਹੈ ਆਪਣੀ ਸ਼ੀਤਲਤਾ ਨਹੀਂ ਤਿਆਗਦਾ, ਉਹਦੀ ਆਪਣੀ ਠੰਡਕ ਹੈ, ਉਹਦਾ ਆਪਣੀ ਮਹਿਕ ਹੈ। ਭਾਵੇਂ ਹਜ਼ਾਰਾਂ ਸੱਪ ਜਿਹੜੇ ਨੇ ਚੰਦਨ ਦੇ ਚੁਗਿਰਦੇ ਦੇ ਵਿੱਚ ਬੈਠ ਕੇ ਉਹ ਆਪਣੇ ਜ਼ਹਿਰ ਨੂੰ ਉਸ ਚੰਦਨ ਦੇ ਉੱਤੇ ਕੱਢਦੇ ਨੇ, ਪਰ ਚੰਦਨ ਦਾ ਸੁਭਾਅ ਉਸੇ ਤਰ੍ਹਾਂ ਹੀ ਉਹ ਹਮੇਸ਼ਾ ਹੀ ਸੁਗੰਧੀ ਬਣਦਾ ਕਿ ਹਮੇਸ਼ਾ ਹੀ ਠੰਡਕ ਦੇ ਨਾਲ ਭਰਿਆ ਕਿ ਇੱਥੋਂ ਤੱਕ ਕਿ ਸਾਹਿਬ ਜੀ ਆਖਦੇ ਨੇ ਕਿ ਉਹ ਵੀ ਠੰਡਕ ਦੇ ਨਾਲ ਭਰ ਜਾਂਦੇ ਨੇ। ਜਿਹੜੇ ਜ਼ਹਿਰ ਲੈ ਕੇ ਉਸ ਸ਼ੀਤਲ ਦੇ ਉੱਤੇ, ਸ਼ੀਤਲਾ ਦੇ ਉੱਤੇ, ਭਾਵ ਉਸ ਚੰਦਨ ਦੇ ਉੱਤੇ ਡੰਗ ਮਾਰਦੇ ਹਨ ਜੀ। ਤੈਮ ਗੁਰਮੁਖ ਜੇ ਤਸਹਿ ਕੋ ਸੰਗ ਤਹ ਪੀ ਦੇਤ ਆਪਣੋ ਰੰਗ। ਐਸੇ ਗੁਰਮੁਖ ਪਿਆਰੇ ਜਦੋਂ ਕੁਸੰਗੀਆਂ ਦੇ ਵਿੱਚ ਵੀ ਪੈ ਜਾਂਦੇ ਨੇ ਤੇ ਕੁਸੰਗੀਆਂ ਦੇ ਰੰਗ ਨੂੰ ਆਪਣੇ ਮਨ ਉੱਤੇ ਨਹੀਂ ਚੜਨ ਦਿੰਦੇ। ਆਪਣੇ ਮਨ ਦਾ ਜਿਹੜਾ ਰੰਗ ਹੈ, ਪਰਮਾਤਮਾ ਦਾ ਜਿਹੜਾ ਨਾਮ ਹੈ, ਉਹ ਕੁਸੰਗੀਆਂ ਨੂੰ ਵੀ ਵੰਡ ਦਿੰਦੇ ਹਨ ਜੀ। ਇਨ ਕੈ ਅਵਗੁਣ ਆਪ ਨਾ ਕਰੈ ਸ਼ੋਭ ਗੁਣ ਕਹਿ ਕੈ ਔਰ ਮਉ ਧਰੈ। ਉਹ ਗੁਰੂ ਦੇ ਪਿਆਰੇ ਆਪ ਵੀ ਸ਼ੁਭ ਕਰਮ ਕਰਦੇ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਆਖਦੇ ਨੇ ਕਿ ਸ਼ੁਭ ਕਰਮਨ ਤੇ ਕਬਹੂ ਨਹਿ ਟਰੋ। ਹੇ ਵਾਹਿਗੁਰੂ ਜੀ, ਤੁਸੀਂ ਇਹ ਰਹਿਮਤ ਬਖਸ਼ਿਸ਼ ਕਰਨੀ ਕਿ ਅਸੀਂ ਕਦੀ ਵੀ ਕਿਸੇ ਦਾ ਮਾੜਾ ਨਾ ਕਰੀਏ, ਕਦੀ ਵੀ ਸਾਡੇ ਮਨ ਅੰਦਰ ਕਿਸੇ ਦੇ ਲਈ ਮਾੜਾ ਫੁਰਨਾ ਆਵੇ ਨਾ। ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਹੇ ਦਾਤਾ, ਤੂੰ ਇਹ ਵਰ, ਇਹ ਅਸੀਸ ਮੈਨੂੰ ਦੇ ਕਿ ਮੈਂ ਕਦੀ ਵੀ ਚੰਗੇ ਕਰਮ ਕਰਨ ਤੋਂ ਡਰਾਂ ਨਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਬਾਣੀ ਦੇ ਅੰਦਰ ਇਹੀ ਮੰਗ ਮੰਗਦੇ। ਸਤਿਗੁਰੂ ਜੀ ਆਖਦੇ ਨੇ ਕਿ ਭਾਈ ਸਾਰੇ ਧਰਮਾਂ ਦੇ ਵਿੱਚੋਂ ਸ੍ਰਿਸ਼ਟ ਧਰਮ ਹੀ ਇਹ ਹੈ, ਹਰ ਕੋ ਨਾਮ ਜਪ ਨਿਰਮਲ ਕਰਨ। ਹਰੀ ਦੇ ਨਾਮ ਨੂੰ ਜਪਣਾ ਤੇ ਚੰਗੇ ਕਰਮ ਕਰਨਾ, ਸਮਝ ਲਓ ਇਹੀ ਸਭ ਤੋਂ ਉੱਤਮ ਧਰਮ ਹੈ। ਤੇ ਦਾਤਾਰ ਜੀ ਆਖਦੇ ਨੇ ਕਿ ਐਸੇ ਗੁਰਮੁਖ ਪਿਆਰੇ ਲੋਕਾਂ ਦੇ ਅਵਗੁਣਾਂ ਨੂੰ ਆਪਣੇ ਕੋਲ ਰੱਖ ਲੈਂਦੇ ਨੇ ਤੇ ਜਿਹੜੇ ਗੁਣ ਨੇ ਉਹ ਗੁਣ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸਾ ਲੈਂਦੇ ਨੇ। ਪੜੋ ਸਤਿਗੁਰੂ ਦੀ ਬਾਣੀ ਨੂੰ। ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਏ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਦੇਖੋ ਦੁਨੀਆ ਦਾ ਸੁਭਾਅ ਹੈ, ਹੋ ਸਕਦਾ ਹੈ ਕਿਸੇ ਦੇ ਕਰਮ ਤੁਹਾਨੂੰ ਪਤਾ ਲੱਗਣ ਜਿਹੜੇ ਕਰਮ ਤੁਹਾਨੂੰ ਪਸੰਦ ਨਹੀਂ। ਹੋ ਸਕਦਾ ਹੈ ਬੰਦਾ ਸਹਿਜ ਸੁਭਾਏ ਕਿਸੇ ਦੇ ਨਾਲ ਗੱਲ ਕਰ ਦੇਵੇ ਤੇ ਜਿਹਦੇ ਨਾਲ ਗੱਲ ਕੀਤੀ ਹੈ ਉਹ ਅਗਾਂਹ ਗੱਲ ਕਰ ਦੇਵੇ, ਅਗਾਂਹ ਤੋਂ ਅਗਾਂਹ ਗੱਲ ਚਲੀ ਜਾਂਦੀ ਹੈ। ਪਰ ਗੁਰੂ ਤੇ ਪਰਮਾਤਮਾ ਇਹ ਹਮੇਸ਼ਾ ਆਪਣੇ ਪਿਆਰਿਆਂ ਦੇ ਪਰਦੇ ਪਾਉਂਦੇ ਨੇ, ਹਮੇਸ਼ਾ ਆਪਣੇ ਪਿਆਰਿਆਂ ਦੇ ਅਵਗੁਣਾਂ ਨੂੰ ਮੁਕਾਉਂਦੇ ਨੇ। ਕਦੀ ਵੀ ਉਹਨਾਂ ਦੇ ਅਵਗੁਣਾਂ ਨੂੰ, ਗੁਨਾਹਾਂ ਨੂੰ ਪ੍ਰਗਟ ਨਹੀਂ ਕਰਦੇ। ਸਤਿਗੁਰੂ ਜੀ ਆਖਦੇ ਨੇ ਐਸੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਦੇ ਘਰ ਅੰਦਰ ਜਾ